Hello dear learners. So welcome to another video with me Priyanka Randhi of Target BFUHS. So ਅਸੀਂ ਪੜ੍ਹ ਰਹੇ ਹਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਐਗਜ਼ਾਮ ਦੇ ਲਈ ਐਂਡ ਹੁਣ ਅਸੀਂ ਕੰਡਕਟ ਕਰ ਰਹੇ ਹਾਂ ਲਾਈਵ ਸੈਸ਼ਨਸ ਜਿਹੜੇ ਕਿ ਨੇ ਹਾਈ ਯੀਲਡ ਜਾਂ ਮੋਸਟ ਇੰਪੋਰਟੈਂਟ ਟੌਪਿਕਸ ਤੇ। ਸੋ ਆਹ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ I would just like to share a thought with you that you will grow beautifully in your own way. ਤੁਸੀਂ ਆਪਣੇ ਆਪ ਬੜੀ ਵਧੀਆ ਤਰੀਕੇ ਨਾਲ ਤੁਸੀਂ grow ਕਰੋਗੇ ਲੇਕਿਨ ਆਪਣੇ ਤਰੀਕੇ ਨਾਲ, ਠੀਕ ਹੈ। ਸੋ ਆ ਕਦੇ ਨਹੀਂ ਕਰਨਾ ਕਿ that you compare yourself with others, okay? So no comparison. You are unique. ਤੁਹਾਡੇ ਵਰਗਾ ਕੋਈ ਵੀ ਨਹੀਂ ਹੈ, ਰਾਈਟ? ਸੋ ਬਿਲੀਵ ਇਨ yourself. ਜਦੋਂ ਵੀ ਲੱਗੇ ਕਿ ਨਹੀਂ ਐਗਜ਼ਾਮ ਪਤਾ ਨਹੀਂ ਮੈਂ ਕਰੈਕ ਕਰਾਂਗਾ ਕਿ ਨਹੀਂ, ਮੈਂ ਕਰਾਂਗੀ ਕਿ ਨਹੀਂ, ਉਦੋਂ ਜਸਟ ਸੇ ਦਿਸ ਲਾਈਨ that I'll grow beautifully but in my own way. grow ਤੇ ਕਰਾਂਗੇ but ਆਪਣੇ ਤਰੀਕੇ ਨਾਲ grow ਕਰਾਂਗੇ, ਠੀਕ ਹੈ। ਸੋ ਨੈਵਰ ਕੰਪੇਅਰ ਕਿ ਮੇਰੇ ਫਰੈਂਡ ਨੇ ਇੰਨਾ ਸਿਲੇਬਸ ਕਰ ਲਿਆ, ਉਹਨੇ ਇੰਨੇ ਐਗਜ਼ਾਮ ਦਿੱਤੇ ਹੋਏ ਨੇ, ਉਹਨੇ ਕਾਫੀ ਪ੍ਰੈਪਰੇਸ਼ਨ ਕੀਤੀ ਹੈ ਬਟ ਮੇਰੀ ਉਨੀ ਨਹੀਂ ਹੈ। ਡੋਂਟ ਥਿੰਕ ਆਫ ਇਟ, ਜਸਟ ਸਟੇ ਫੋਕਸਡ, ਸਟੇ ਕੰਸਿਸਟੈਂਟ, ਰਾਈਟ? ਚਲੋ, ਸੋ ਇਸੇ ਮੈਸੇਜ ਦੇ ਨਾਲ ਅਸੀਂ ਆਪਣੇ ਸੈਸ਼ਨ ਨੂੰ ਸਟਾਰਟ ਕਰਦੇ ਹਾਂ। ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਪੜ੍ਹਾਉਂਦੀ ਹਾਂ, ਪਾਰਟ ਏ ਇਜ਼ ਗੋਇੰਗ ਟੂ ਬੀ ਪੰਜਾਬੀ, ਠੀਕ ਹੈ। ਸੋ ਪਾਰਟ ਏ ਵਿੱਚ ਅਸੀਂ ਡਿਸਕਸ ਕਰਾਂਗੇ ਪੰਜਾਬੀ ਦੇ ਕੁਝ ਇੰਪੋਰਟੈਂਟ ਕੁਐਸਚਨਸ। ਸੋ ਇੰਪੋਰਟੈਂਟ ਕੁਐਸਚਨ ਵਿੱਚੋਂ ਫਸਟ ਕੁਐਸਚਨ ਹੈ ਜਿਹੜਾ ਤੁਹਾਡੀ ਸਕਰੀਨ ਤੇ ਡਿਸਪਲੇ ਹੋ ਰਿਹਾ ਹੈ। ਮੈਂ ਇੱਕ ਵਾਰੀ ਇਸ ਕੁਐਸਚਨ ਨੂੰ ਪੜ੍ਹ ਦੇਣੀ ਆ, ਰਾਈਟ? ਓਕੇ, ਸੋ ਦ ਫਸਟ ਕੁਐਸਚਨ ਸੇਜ਼ ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸਨ? Who was the founder of the ਭਗਤੀ ਮੂਵਮੈਂਟ ਇਨ ਪੰਜਾਬ, ਰਾਈਟ? ਸੋ ਕੌਣ, ਇਹਨਾਂ ਵਿੱਚੋਂ ਕੌਣ ਸੀ ਜਿਹੜੇ ਕਿ ਜਿਨ੍ਹਾਂ ਨੇ ਸ਼ੁਰੂ ਕੀਤੀ ਭਗਤੀ ਮੂਵਮੈਂਟ, ਰਾਈਟ? ਨਾਓ as I always say, are ਸਾਰੇ memory based questions ਨੇ, right? So these are memory based questions. ਤੁਹਾਨੂੰ ਇਹ ਯਾਦ ਹੀ ਕਰਨੇ ਆ, okay? ਇਹਦੇ 'ਚ I don't think ਕਿ ਸਮਝਣ ਵਾਲਾ ਕੁਛ ਹੈ, right? So ਜੇ ਅਸੀਂ ਗੱਲ ਕਰੀਏ ਭਗਤੀ ਅੰਦੋਲਨ ਕਿਹਨਾਂ ਨੇ ਸ਼ੁਰੂ ਕੀਤਾ ਸੀ, ਤੇ ਭਗਤੀ ਅੰਦੋਲਨ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ, ਠੀਕ ਹੈ ਜੀ। ਸੋ ਕਦੇ ਵੀ ਭਗਤੀ ਅੰਦੋਲਨ ਦੀ ਗੱਲ ਚੱਲੇ, ਭਗਤੀ ਅੰਦੋਲਨ ਬਾਰੇ ਗੱਲ ਹੋਏ, then the best answer is option B, ਗੁਰੂ ਨਾਨਕ ਦੇਵ ਜੀ, ਠੀਕ ਹੈ। ਚਲੋ, okay, next let's move on to our second question. Second question says ਗੁਰੂ ਅਮਰਦਾਸ ਜੀ ਦੁਆਰਾ ਕਿਹੜੀ ਪ੍ਰਥਾ ਸ਼ੁਰੂ ਕੀਤੀ ਗਈ ਸੀ? ਸੋ which practice was started by ਗੁਰੂ ਅਮਰਦਾਸ ਜੀ, ਠੀਕ ਹੈ। ਸੋ ਤੁਸੀਂ ਸਾਰਿਆਂ ਨੂੰ ਪਤਾ ਹੋਏਗਾ, ਮੋਸਟਲੀ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਹੀ ਪਤਾ ਹੋਏਗਾ। ਆਪਣੇ ਆਪਣੇ ਸ਼ਹਿਰਾਂ 'ਚ ਤੁਸੀਂ ਵੇਖੋਗੇ ਕਿਤੇ ਇੱਕ ਤੁਸੀਂ ਜਦੋਂ ਬਜ਼ੁਰਗਾਂ ਨਾਲ ਗੱਲ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਮੰਜੀ ਪ੍ਰਥਾ ਹੋਇਆ ਕਰਦੀ ਸੀ, ਠੀਕ ਹੈ। ਸੋ ਕਰੈਕਟ ਆਨਸਰ ਮੈਂ ਦੱਸਦਾ ਹੈ ਮੰਜੀ ਪ੍ਰਥਾ। ਮੰਜੀ ਇਜ਼ ਵਾਟ, ਅ ਬੈਡ, ਰਾਈਟ? ਤੇ ਹਿੰਦੀ 'ਚ ਅਸੀਂ ਚਾਰਪਾਈ ਵੀ ਕਹਿੰਦੇ ਹਾਂ। ਸੋ ਮੰਜੀ ਪ੍ਰਥਾ ਕਿਉਂ ਸ਼ੁਰੂ ਕੀਤੀ ਗਈ ਸੀ? ਤਾਂ ਕਿ ਰਿਲੀਜੀਅਸ ਟੀਚਿੰਗ ਦਿੱਤੀ ਜਾਏ। ਸੋ ਰਿਲੀਜੀਅਸ ਟੀਚਿੰਗਸ ਦੇਣ ਲਈ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ। ਕਿਹਨਾਂ ਨੇ? ਗੁਰੂ ਅਮਰਦਾਸ ਜੀ ਨੇ। ਐਂਡ ਇਹਨਾਂ ਨੇ 22 ਮੰਜੇ ਜਿਹੜੇ ਆ ਉਹਨਾਂ ਨੂੰ ਯੂਜ਼ ਕਰਕੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ, ਠੀਕ ਹੈ ਜੀ। ਚਲੋ ਅੱਗੇ ਵਧਦੇ ਹਾਂ। ਕਿਹੜੇ ਮੁਗਲ ਬਾਦਸ਼ਾਹ ਨੇ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ, ਰਾਈਟ? ਸੋ ਕਿਹੜਾ ਮੁਗਲ ਬਾਦਸ਼ਾਹ ਸੀ ਜਿਨਨੇ, ਮੈਂ ਇੱਥੇ ਅੰਡਰਲਾਈਨ ਵੀ ਕਰ ਦੇਣੀ ਆ, ਕਿਹੜਾ ਮੁਗਲ ਬਾਦਸ਼ਾਹ ਸੀ ਜਿਨਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ? ਸੋ ਦ ਰਾਈਟ ਆਨਸਰ ਇਜ਼
जहांगीर, राइट। सो याद रखना है जहांगीर सी जिन्ने गुरु अर्जन देव जी नू शहीद किया सी। क्वेश्चन ध्यान नाल पढ़ना है, की पूछया है उन्होंने, मुगल बादशाह पूछया है। सो मुगल बादशाह केड़ा सी जिन्ना ने गुरु अर्जन देव जी नू शहीद किया, ओ सी जहांगीर। ठीक है जी, ओके अगे बढ़ते हैं। हाँ जी, नेक्स्ट क्वेश्चन कहता है बचित्र नाटक, ठीक है, किस सिख गुरु दी आत्म कथा नू दर्शांदा है, या किस सिख गुरु दी आत्म कथा है। बचित्र नाटक is the autobiography of which Sikh Guru, ते प्लीज याद रखियो it is the Sikh Guru गुरु गोबिंद सिंह जी, इन्हां दी ऑटोबायोग्राफी है जिन्हों असी बचित्र नाटक के नाम तो जानते हैं। ठीक है, सो बचित्र नाटक गुरु गोबिंद जी जिहड़े से गुरु गोबिंद सिंह जी उन्हां दा एक ऑटोबायोग्राफी, उन्हां दी आत्म कथा नू दर्शांदा है। ठीक है, चलो जी नेक्स्ट क्वेश्चन वाल चलते हैं। यस ओके, जदों भगत सिंह जी ने असैंबली विच बंब सुट्टिया तां उन्हां नाल होर कौन सी। ठीक है, आ क्वेश्चन है, ताडे ऑप्शन स्क्रीन ते डिस्प्लेड ने। सो जदों उन्होंने असैंबली च बंब सुट्टिया सी भगत सिंह जी ने, उन्हां दे नाल होर कौन सी। सो थोड़ा कन्फ्यूजिंग आंसर हो सकता है, क्योंकि सारे असी जानते हैं कि सुखदेव ते राजगुरु नू भगत सिंह जी दे नाल ही फांसी लगी सी, है ना, सारिਆਂ नू पता है। पर जेड़ा करेक्ट आंसर है वो है ऑप्शन सी। सो बटुकेश्वर दत्त सी जेड़े कि उस टाइम असैंबली विच नाल सी भगत सिंह जी दे जदों असैंबली च बंब सुट्टिया गया सी। सुखदेव ते राजगुरु नू फांसी भगत सिंह जी दे नाल क्यों दित्ती गई सी, क्योंकि वो लाहौर विच जिहड़ी कॉन्सपिरेसी हुई सी, लाहौर विच जिहड़ा इशू होया सी ਉਹਦੇ ਨਾਲ जुड़े हुए सी। सो तीनों लाहौर कॉन्सपिरेसी दे नाल जुड़े हुए सी। ठीक है जी, ओके चलो अगे देखते हैं। यस नेक्स्ट क्वेश्चन वाल चलते हैं। डॉक्टर बी आर अंबेडकर नू भारत रत्न कदों दिता गया सी। ठीक है, सो किस सन विच डॉक्टर बी आर अंबेडकर जिन्होंने कॉन्स्टिट्यूशन भी साडा लिखिया है, उन्होंने भारत रत्न का अवार्ड कदों दिता गया सी। व्हेन वाज डॉक्टर अंबेडकर अवार्डेड द भारत रत्न अवार्ड, राइट। ओके, सो द करेक्ट आंसर इज नथिंग बट 1990 1990 विच दिता गया सी। ते उस टाइम ते 1990 विच किन्ना दी सरकार सी, विश्वनाथ, ठीक है, विश्वनाथ प्रताप सिंह जी की सरकार सी जिस टाइम इन्हों डॉक्टर बी आर अंबेडकर जी नू भारत रत्न नाल नवाजिया गया सी। ठीक है जी, चलो नेक्स्ट मूव ऑन करते हैं। पंजाबी भाषा दी लिपि केड़ी है। वॉट इज द स्क्रिप्ट ऑफ पंजाबी लैंग्वेज। ठीक है, लिपि का मतलब होंदा है स्क्रिप्ट, जदों असी लिखते हैं लिखित च पंजाबी भाषा की लिपि केड़ी है, then your answer is गुरमुखी। ठीक है, सो जदों असी पंजाबी भाषा पढ़ते हैं लिखते हैं, लिखण की वारी स्क्रिप्टिंग की गल होंदी है, ते पंजाबी भाषा की लिपि है गुरमुखी। ओके जी, चलो नेक्स्ट क्वेश्चन। पंजाबी भाषा की टकसाली जा केंद्री बोली केड़ी है। ठीक है, सो व्हाट which is the standard or the central dialect of the Punjabi language। ठीक है, टकसाली जा केंद्री बोली केड़ी है। हुन गुरमुखी नहीं होएगा, हुन ऑप्शन डी माझी इज द करेक्ट आंसर। सो इस तुसी लर्न कर लो
जे टकसाली केंद्री बोली पूछा जाए तो माझी है, जे पुछन की लिपि केड़ी है तो वो की है गुरमुखी। ठीक है जी, चलो अगे बढ़ते हैं। यस, नाव दियां किन्नियां किस्मां हन, आ भी क्वेश्चन आ चुका है तो तुहानू पता होना चाहिए, राइट। सो हाउ मैनी टाइप्स ऑफ नाउन्स आर देयर। सो आ जनरल आ, इन्होंने पंजाबी ग्रामर तो लिता है, ठीक है। सो नाउन जिहड़ा असीं इंग्लिश च भी पढ़ते हैं ना, नाउन प्रोनाउन पढ़ते हैं। सो ना दियां किन्नियां किस्मां हन। सो जे असीं गल करिए, मैं तुहानू इत्थे लिख भी देनी आ कि किन्नियां किस्मां ने। हाँ जी, सो ना दियां साडे कोल बेसिकली द ऑप्शन इज सी, 5 किस्मां ने, केड़ियां ने। ठीक है, जिवें असीं इंग्लिश च पढ़दे आ ना, प्रॉपर नाउन, कॉमन नाउन, प्रोनाउन, इत्थे भी उही हुंदा है। सो आ तुहानू पता होना चाहिए पंजाबी च केड़े ने। सो सब तो पहला आंदा है खास नाम। ठीक है जी, ओके। सो किते लिख लो, कीप योर नोटबुक्स विद यू, उत्ते लिख लो किते, क्योंकि कई बारी पुछ भी लैंदे ने, राइट। ओके, सो खास ना, आम ना जिन्हों असीं कॉमन नाउन भी कहने आ। ठीक है, खास नाम, आम ना, समूहवाचक, समूहवाचक, समूहवाचक ना जिन्हों असीं की कहने आ, कॉमन नाउन। ठीक है जी, समूहवाचक ना आ। ठीक है, उस तो बाद आंदा है मटीरियलिस्टिक, जिन्हों असीं मटीरियल नाउन भी कहने आ। पंजाबी च कवांगे पदार्थवाचक, पदार्थवाचक, पदार्थवाचक। ठीक है जी, पदार्थवाचक ना। ते पंजवां साडा आ जाता है, आ जाता है भावनात्मक, भावना, भाववाचक भी कह सकते हैं। ठीक है, which tells us about the expression. So भाववाचक ना, भाववाचक ना। सो आ 5 तरह की किस्मां तुसीं लिख लो, मैं ताही इंक्लूड किया है क्वेश्चन कि हो सकता है तुहानू ग्रामर भी पूछी जाए। ठीक है, सो आ कुछ चीज़ां तुहानू पता होनियां चाहिए ने, राइट। खास ना, आम ना, समूहवाचक ना, मैं थोड़ा क्लीयर लिख देनी आ ताकि तुहानू पढ़न च कोई औख ना आए। ठीक है, सो 5 ना आ जाए, समूहवाचक ना। ठीक है, सो आज 5 दे 5 ना तुहानू पता होने चाहिए ने। चलो अगे बढ़ते हैं। डॉक्टर बी आर अंबेडकर की मौत कदों हुई सी? डॉक्टर बी आर अंबेडकर इज वेरी इंपॉर्टेंट फ्रॉम द पॉइंट ऑफ व्यू ऑफ पंजाब हिस्टरी, राइट। सो तुहानू क्वेश्चन पंजाब हिस्टरी तो भी आएंगे, कल्चर तो भी आएंगे, मैं लिख देनी आ। एक पंजाब हिस्टरी तो आ सकता है तुहानू क्वेश्चन। ठीक है, वो पंजाब कल्चर के बारे भी पूछ सकते हैं, ते रीसेंट या करंट ट्रेंड्स इन्हां दे बारे भी पूछ सकते हैं। सो तुहानू पता होना चाहिए है हिस्टरी की है पंजाब की, तुहानू पता होना चाहिए है कल्चर की है पंजाब का। ठीक है, चलो हुण असी वेखदे हां कि डॉक्टर बी आर अंबेडकर जी की जे असी गल करिए तो उन्हां दी जिहड़ी मौत है वो कदों हुई सी। सो ठीक है, सो सी नोट डाउन कर लो। इट इज ऑप्शन ए 6 दिसंबर 1956। ठीक है, सो 1956 विच डॉक्टर बी आर अंबेडकर की मौत हुई सी, राइट। ते उन्हां नू जिहड़ा नवाजिया गया सी अवार्ड नाल, वो उन्हां दी फैमिली मैंबर्स ने रिसीव किया सी 1990 विच। बेसिकली डॉक्टर बी आर अंबेडकर 6 दिसंबर 1956 नू जिहड़ा है
सानू छड्ड के जा चुके सी। ठीक है जी, ओके यस। हुण साडे आ गए ने पार्ट बी। आ जे पार्ट बी। सो पार्ट बी च असीं डिस्कस करन वाले हाँ द मोस्ट इंपॉर्टेंट questions from nursing subjects। ठीक है जी, विच जो जो मैनू लगेगा कि रिलेटेड क्वेश्चंस है मैं तुहानू नाल दसांगी, नाल ही मैं तुहानू दसांगी कि इनू याद किवें करना है। ठीक है, जिहड़े निमोनिक्स होंदे ने ना वो भी मैं नाल नाल तुहानू दसदी जावांगी। राइट, सो these are the important question from the point of view of nursing subjects। okay, पहला क्वेश्चन देखते हैं। the normal diameter of RBCs, what are RBCs? they are red blood cells। ठीक है जी, उन्होंने पूछा है कि नॉर्मल डायमीटर आरबीसी का कितना होता है। सो प्लीज़ याद रखियो, मैं इत्थे मैं अंडरलाइन भी कर देनी आ, इट इज़ 7 to 8 माइक्रोमीटर। ठीक है, सो 7 to 8 माइक्रोमीटर है वो डायामीटर। डायामीटर किवें बाइकनकेव हुंदा है ना, आरबीसी बाइकनकेव इहो जिहा हुंदा है। ते असीं डायामीटर दी गल करिए तो इट इज़ 7 to 8 माइक्रोमीटर। कितना हुंदा की कह सकते हैं असीं कि ਉਹਦਾ ਜਿਵੇਂ ਅਸੀਂ ਡਾਇਮੀਟਰ ਕਹਿੰਦੇ ਨਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਉਹਦੀ ਮੋਟਾਈ ਨੂੰ ਮੈਜ਼ਰ ਕਰਦੇ ਆ। ਠੀਕ ਹੈ, ਸੋ ਇੱਕ ਡਾਇਆਮੀਟਰ ਕਿੰਨਾ ਹੁੰਦਾ ਹੈ 7 to 8 ਮਾਈਕਰੋਮੀਟਰ। ਬਸ ਤੁਸੀਂ ਡਾਇਆਮੀਟਰ ਵਰਡ ਯਾਦ ਰੱਖਣਾ ਹੈ, ਡਾਇਆਮੀਟਰ ਤੋਂ ਹੀ 7 to 8 ਮਾਈਕਰੋਮੀਟਰ। यूनिट्स आर वेरी वेरी इंपॉर्टेंट। ठीक है, तो तुहानू पता होना चाहिए। ओके, अच्छा ਇਹਦੇ ਨਾਲ ਰਿਲੇਟਡ ਕੁਐਸਚਨ ਕਿਹੜੇ ਆ ਸਕਦੇ ਨੇ? ਸੋ ਇਹਦੇ ਨਾਲ ਜਿਹੜੇ ਰਿਲੇਟਡ ਕੁਐਸਚਨ ਤੁਹਾਨੂੰ ਪੁੱਛ ਸਕਦੇ ਨੇ, ਇੱਕ ਕੁਐਸਚਨ ਹੈ ਲਾਈਫ ਸਪੈਨ ਆਫ RBCs। लाइफ स्पैन ऑफ RBCs which is 120 days। ठीक है, आ सिंपल जिहा क्वेश्चन है। नॉर्मली लाइफ स्पैन RBCs का की है 120 डेज। ਇਹਦਾ ਕੀ मतलब है कि RBCs 120 डेज तो बाद 120 डेज तक रहंदे ने ते फिर टुट जांदे ने, नवे RBCs बनते हैं। ठीक है, एक होर क्वेश्चन आया सी वेरी वेरी इंपॉर्टेंट, बच्चे कन्फ्यूज हो गए सी उस क्वेश्चन विच। क्वेश्चन वाज जे ट्रांसफ्यूज्ड RBCs ने, ट्रांसफ्यूज्ड RBCs, जे ट्रांसफ्यूज्ड RBCs मीनस ब्लड चढ़िया सी वो वाले RBCs किन्ने दिनां च डिस्ट्रॉय होंदे ने या लाइफ स्पैन की है, तो उहदा मोटा मोटा याद रख लो 90 डेज। 90 डेज उहदा लाइफ स्पैन है। ठीक है, सो 120 डेज नॉर्मल RBCs दा, ट्रांसफ्यूज्ड ब्लड दे RBCs ने ते 90 डेज। आ तुसी इंपॉर्टेंट क्वेश्चन है ते इहदा ध्यान रखना है। नेक्स्ट, अ फैमिली कंसिस्टिंग ऑफ मैरिड कपल्स। ठीक है, की दस्सिया इन्होंने, मैरिड कपल आ एंड देयर चिल्ड्रन इज कॉल्ड। सो हुण जे असी एक फैमिली ट्री बनाने ना जिवें, ठीक है, सो मैरिड कपल आ कोई भी मैरिड कपल आ, सपोज अच्छा इनू कलर नहीं असी करना, वो फिर डेड नू सिग्निफाई करता है। लेट्स सपोज हस्बैंड एंड वाइफ ने, हस्बैंड वाइफ they have children। okay, I'm just doing it randomly। so husband and wife उन्हां दे children ने, so आ केड़ी फैमिली कहलाएगी? very simple, it is nuclear family। it is nuclear family। ਹੁਣ ਬੱਚੇ ਕਨਫਿਊਜ਼ ਹੁੰਦੇ ਨੇ ਦੋ ਤਰ੍ਹਾਂ ਦੀ ਫੈਮਿਲੀ ਦੇ ਵਿੱਚ, ਜੇ ਆ ਜਾਏ ਐਕਸਟੈਂਡਡ ਫੈਮਿਲੀ ਜਾਂ ਆ ਜਾਏ ਜੁਆਇੰਟ ਫੈਮਿਲੀ, ਤੇ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਇੱਕ ਗੱਲ ਦਾ ਧਿਆਨ ਰੱਖਣਾ ਹੈ, ਜੁਆਇੰਟ ਫੈਮਿਲੀ ਕਿਹੜੀ ਹੋਏਗੀ? ਜੁਆਇੰਟ ਫੈਮਿਲੀ ਹੋਏਗੀ ਜਿਵੇਂ ਗ੍ਰੈਂਡ ਪੈਰੈਂਟਸ। ਠੀਕ ਹੈ, ਦਾਦਾ ਦਾਦੀ ਰਹਿ ਰਹੇ ਨੇ, ਉਹਨਾਂ ਦੇ ਦੋ ਮੁੰਡੇ ਨੇ, ਲੈਟਸ ਸਪੋਜ਼। ਠੀਕ ਹੈ,
ਉਹਨਾਂ ਦੇ 2 ਮੁੰਡੇ ਨੇ, ਮੁੰਡਿਆਂ ਦੇ ਅੱਗੇ ਵਿਆਹ ਹੋ ਗਏ ਦੋਵਾਂ ਦੇ ਤੇ ਉਹਨਾਂ ਦੇ 2 ਬੱਚੇ ਨੇ। ਠੀਕ ਹੈ, ਸੋ ਆ ਕੀ ਹੋਏਗੀ ਜੁਆਇੰਟ ਫੈਮਿਲੀ। ਕਿਉਂ? ਕਿਉਂਕਿ ਆ ਸਾਰੇ ਇੱਕੋ ਹੀ ਛੱਤ ਦੇ ਥੱਲੇ ਰਹਿ ਰਹੇ ਨੇ, ਦੇ ਆਰ ਸ਼ੇਅਰਿੰਗ ਅ ਕਾਮਨ ਰੂਫ। ਤੇ ਵੱਖਰੀ 3 ਜਨਰੇਸ਼ਨਸ ਜਿਹੜੀ ਨੇ ਉਹ ਫੈਮਿਲੀ, 3 ਜਨਰੇਸ਼ਨਸ ਦੀ ਫੈਮਿਲੀ ਇੱਥੇ ਰਹਿ ਰਹੀ ਹੈ, ਇਟ ਇਜ਼ ਜੁਆਇੰਟ ਫੈਮਿਲੀ। ਠੀਕ ਹੈ, ਐਕਸਟੈਂਡਡ ਅਸੀਂ ਕਹਿੰਦੇ ਹਾਂ ਜਦੋਂ ਅੰਕਲ, ਜਿਵੇਂ ਮਾਮਾ ਤਾਂ ਨਹੀਂ ਹੁੰਦਾ, ਤਾਏ, ਚਾਚੇ, ਚਾਚੀ, ਤਾਈ, ਉਹ ਸਾਰੇ ਨਾਲ ਰਲ ਕੇ ਰਹਿ ਰਹੇ ਨੇ, ਉਹਨੂੰ ਐਕਸਟੈਂਡਡ ਫੈਮਿਲੀ ਕਹਿੰਦੇ ਨੇ। ਕਜ਼ਨਸ ਰਹਿ ਰਹੇ ਨੇ, ਉਹਨੂੰ ਐਕਸਟੈਂਡਡ ਫੈਮਿਲੀ ਕਹਿੰਦੇ ਨੇ। ਦੈਨ ਐਕਸਟੈਂਡਡ ਫੈਮਿਲੀ ਅਸੀਂ ਤਾਂ ਵੀ ਯੂਜ਼ ਕਰਦੇ ਨੇ ਕਿ ਜੇ ਐਕਸਟੈਂਡਡ ਤੇ ਜੁਆਇੰਟ ਦਾ ਬੇਸਿਕ ਡਿਫਰੈਂਸ ਆ ਕਿ ਐਕਸਟੈਂਡਡ ਫੈਮਿਲੀ ਨਾਲ ਰਹਿ ਵੀ ਸਕਦੀ ਹੈ ਇੱਕੋ ਹੀ ਛੱਤ ਦੇ ਥੱਲੇ, ਕਾਮਨ ਇੰਟਰਸਟ ਹੋਣਗੇ, ਇੱਕੋ ਹੀ ਥਾਂ ਤੇ ਖਾਣਾ ਵਗੈਰਾ ਬਣਾ ਰਹੇ ਨੇ ਸਭ ਕੁਛ, ਜਾਂ ਵੱਖਰੀ ਵੀ ਰਹਿ ਸਕਦੀ ਹੈ। ਸੋ ਹੁੰਦਾ ਨਾ ਕਿ ਪਹਿਲਾਂ ਇਕੱਠੇ ਰਹਿੰਦੇ ਸੀ, ਫਿਰ ਚਾਚੇ ਵੱਖਰੇ ਹੋ ਜਾਂਦੇ ਨੇ, ਤਾਏ ਵੱਖਰੇ, ਬਟ ਦੇ ਆਰ ਸਟਿਲ ਪਾਰਟ ਆਫ ਦ ਫੈਮਿਲੀ, ਸੋ ਉਹਨੂੰ ਐਕਸਟੈਂਡਡ ਫੈਮਿਲੀ ਕਵਾਂਗੇ। ਜੁਆਇੰਟ ਫੈਮਿਲੀ ਹੈ ਕਿ 3 ਜਨਰੇਸ਼ਨਸ ਇੱਕ ਹੀ ਛੱਤ ਦੇ ਥੱਲੇ ਨਾਲ ਰਹਿ ਰਹੇ ਨੇ, ਨਾਲ ਖਾਣਾ ਪੀਣਾ ਸਾਰਾ ਕੁਛ ਇੰਜੋਏ ਨਾਲ ਕਰ ਰਹੇ ਨੇ। ਠੀਕ ਹੈ ਜੀ, ਓਕੇ, ਸੋ ਆ ਡਿਫਰੈਂਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਓਕੇ, then comes next देखिए, a graphical recording of electrical activity generated by brain। so ਇਹਦੇ ਚ ਕੀ ਹੁੰਦਾ ਹੈ ਕਿ suppose ਇੱਕ ਬੰਦਾ, ਠੀਕ ਹੈ, ਬੰਦਾ ਹੈ, ਉਹਦਾ head ਹੈ, just a second, ਮੈਂ ਥੋੜਾ ਤੁਹਾਨੂੰ ਸਮਝਾਉਣ ਲਈ ਥੋੜਾ ਡਿਫਰੈਂਟ ਤਰੀਕੇ ਨਾਲ ਬਣਾਉਂਦੀ ਹਾਂ। ਓਕੇ, ਸੋ ਆ ਹੈਡ ਹੈ ਬੰਦੇ ਦਾ, ਠੀਕ ਹੈ, ਉੱਥੇ ਬਹੁਤ ਸਾਰੇ ਇਲੈਕਟ੍ਰੋਡਸ ਲਾਏ ਹੋਏ ਨੇ। ਇਲੈਕਟ੍ਰੋਡਸ ਕੀ ਹੁੰਦੇ ਨੇ? ਜਿਵੇਂ ECG ਦੇ ਹੁੰਦੇ ਨਾ, ਤਾਰਾਂ ਲਾਈਆਂ ਹੋਈਆਂ, ਸਿੰਪਲ ਵਰਡਸ 'ਚ ਤਾਰਾਂ ਲਾਈਆਂ ਹੈ, ਠੀਕ ਹੈ, ਬਹੁਤ ਸਾਰੇ ਇਲੈਕਟ੍ਰੋਡਸ ਲਾਏ ਹੋਏ ਨੇ, ਐਂਡ ਆ ਸਾਰੇ ਇਲੈਕਟ੍ਰੋਡਸ ਦੀ ਰੀਡਿੰਗ ਤੁਹਾਨੂੰ ਵਿਖ ਰਹੀ ਹੈ ਇੱਕ ਸਕਰੀਨ ਤੇ। ਠੀਕ ਹੈ, ਬ੍ਰੇਨ ਕਿਵੇਂ ਕਿਵੇਂ ਐਕਟੀਵਿਟੀ ਕਰ ਰਿਹਾ ਹੈ ਉਹ ਇੱਕ ਸਕਰੀਨ ਤੇ ਤੁਸੀਂ ਵੇਖ ਪਾ ਰਹੇ ਹੋ, ਤੇ ਉਹਨੂੰ ਅਸੀਂ ਕੀ ਕਵਾਂਗੇ? ਹਾਂਜੀ, ਕੌਣ ਦੱਸੇਗਾ ਮੈਨੂੰ? ਉਹਨੂੰ ਅਸੀਂ ਕੀ ਕਵਾਂਗੇ? ਬ੍ਰੇਨ ਦੀ ਐਕਟੀਵਿਟੀ ਵਿਖ ਰਹੀ ਹੈ ਸਕਰੀਨ ਤੇ, ਬ੍ਰੇਨ ਦੇ ਨਿਊਰੋ ਟਰਾਂਸਮਿਟਰਸ ਕਿੰਨੇ ਕੁ ਕੰਮ ਕਰ ਰਹੇ ਨੇ, ਹੈ ਨਾ, ਉਹ ਗ੍ਰਾਫ ਤੇ ਡਿਪੈਂਡ ਕਰਦਾ ਹੈ। ਸੋ ਇਹਨੂੰ ਅਸੀਂ ਕੀ ਕਵਾਂਗੇ? ਯੈਸ, ਕੀ ਕਵਾਂਗੇ ਇਹਨੂੰ ਅਸੀਂ? ਇਲੈਕਟ੍ਰੋਕਾਰਡੀਓਗ੍ਰਾਫੀ ਕਵਾਂਗੇ। ਕਾਰਡੀਓ ਤੇ ਹਾਰਟ ਨਾਲ ਰਿਲੇਟਡ ਹੈ, ਹੋ ਸਕਦਾ ਹੈ ਨਹੀਂ ਹੈ, ਆ ਵੀ ਕਾਰਡੀਓਗ੍ਰਾਫੀ ਹੀ ਹੈ ਨਾ। then we have echocardiography, electrocardiography, electromyography। ਮਾਇਓ ਵਰਡ ਜਦੋਂ ਆਉਂਦਾ ਹੈ it is related to muscles, ਮਾਸਪੇਸ਼ੀਆਂ ਨਾਲ। so we are left with electroencephalography। ਠੀਕ ਹੈ, ਸੋ encephalography ਜਦੋਂ word ਆਉਂਦਾ ਹੈ, encephal word ਆਉਂਦਾ ਹੈ, that is related to head, cephalo word is related to head। ਠੀਕ ਹੈ, ਸੋ ਹੈਡ ਤੇ ਬਹੁਤ ਸਾਰੇ ਇਲੈਕਟ੍ਰੋਡਸ ਲਾ ਕੇ ਉਹਦੀ ਰੀਡਿੰਗ ਲਿੱਤੀ ਜਾਂਦੀ ਹੈ, ਰਾਈਟ? ਓਕੇ, then comes paralysis of both limbs। ਠੀਕ ਹੈ, so let's suppose, okay, this is a person। ਹੁਣ ਅਸੀਂ ਕਹਿ ਰਹੇ ਹਾਂ ਕਿ ਇਸ person ਦੇ limbs, ਠੀਕ ਹੈ, limbs ਕੀ ਹੋ ਗਏ ਨੇ? both limbs, both limbs ਅਸੀਂ ਹੱਥਾਂ ਪੈਰਾਂ ਦੋਵੇਂ ਲਈ, ਲਾਈਕ ਆਰਮਸ ਤੇ ਲੈਗਸ ਦੋਵਾਂ ਲਈ ਯੂਜ਼ ਕਰ ਸਕਦੇ ਹਾਂ। ਲੈਟਸ ਸਪੋਜ਼ ਇਹਦੀ ਆ ਲੱਤ ਵੀ ਪੈਰਾਲਾਈਜ਼ ਹੋ ਗਈ ਹੈ, ਆ ਲੱਤ ਵੀ ਪੈਰਾਲਾਈਜ਼ਡ ਹੋ ਗਈ ਹੈ, ਸੋ ਅਸੀਂ ਇਹਨੂੰ ਕੀ ਕਵਾਂਗੇ? ਯੈਸ, ਹੂ ਇਜ਼ ਗੋਇੰਗ ਟੂ ਟੈਲ ਮੀ? ਅਸੀਂ ਇਸ ਬੰਦੇ ਦੇ ਕੇਸ 'ਚ ਹੈਮੀਪਲੇਜੀਆ ਕਵਾਂਗੇ, ਮੋਨੋਪਲੇਜੀਆ ਕਵਾਂਗੇ, ਪੈਰਾਪਲੇਜੀਆ ਕਵਾਂਗੇ, ਜਾਂ ਕੁਆਡਰੀਪਲੇਜੀਆ ਕਵਾਂਗੇ। ਸੋ ਇਹਨੂੰ ਅਟੈਂਪਟ ਕਰਨ ਤੋਂ ਪਹਿਲਾਂ let me tell you that ਹੈਮੀ ਵਰਡ ਜਦੋਂ ਆਉਂਦਾ ਹੈ ਨਾ, ਉਹਦਾ ਮਤਲਬ ਹੁੰਦਾ ਹੈ ਹਾਫ। ਠੀਕ ਹੈ, ਸੋ ਹਾਫ ਵਾਲਾ ਕਿਵੇਂ ਹੋਏਗਾ? ਮੈਂ ਤੁਹਾਨੂੰ ਇੱਥੇ ਹਾਈਲਾਈਟ ਕਰਕੇ ਵਿਖਾਨੀ ਆ।
यस। हाफ दा मतलब है या ते आ वाली लेग्स, ठीक है, आ वाली लेग्स ते आ वाला आही आर्म्स, ठीक है। आ वाला पासा, लेट सपोज मैं आ ब्लू कर रही हूँ, आ वाला पासा, इट कुड बी राइट, इट कुड बी लेफ्ट, कोई भी हो सकता है। जे आ वाला पासा कोई एक पासा जड़ा है वो की हो जाए, पैरालाइज हो जाए, कोई एक पासा पैरालाइज हो जाए, आइदर राइट और लेफ्ट। ਹੁਣ ਮੈਨੂੰ ਇੱਕ ਵਾਰੀ ਫਿਰ ਡਰਾ ਕਰਕੇ ਦਿਖਾਣੀ ਹੈ ਮੈਂ ਤੁਹਾਨੂੰ। ਲੈਟ ਸਪੋਜ਼ ਆ ਵਾਲਾ ਪਾਸਾ ਜਿਹੜਾ ਮੈਂ ਬਲੂ ਨਾਲ ਕੀਤਾ ਹੈ ਮਾਰਕ, ਤੇ ਆ ਵਾਲਾ ਪਾਸਾ ਡੈਡ ਹੋ ਜਾਏ, ਠੀਕ ਹੈ। ਆ ਹੱਥ ਤੇ ਇੱਕ ਪਾਸੇ ਦੀ ਹੱਥ, ਇੱਕ ਪਾਸੇ ਦੀ ਬਾਂਹ ਤੇ ਇੱਕ ਪਾਸੇ ਦੀ ਲੱਤ, then it is hemiplegia। ਹੁਣ ਮੋਨੋ means one, कोई भी एक बांह या कोई भी एक लत जे पैरालाइज्ड हो गई, इट इज मोनोप्लेजिया, ठीक है। ओके, देन इज पैराप्लेजिया। सो पैराप्लेजिया की हुंदा है, पैरा वर्ड नाल तुसी याद रखो पेयर। सो पेयर जे जाणगे, आ वाली लत ते आ वाली लत नाले ही पैरालाइज्ड हो गई है, ठीक है। मैं तुहानू यस, आ वाली लत ते आ वाली लत दोवें पैरालाइज्ड हो गए ने, दैट मीन्स इट इज पैराप्लेजिया, ठीक है जी। की कवांगे इनू, इन्हां असीं कवांगे पैराप्लेजिया। किवें याद रखना है तुसीं, पैरा मीन्स पेयर, ठीक है। याद रखने का तरीका है पैरा पेयर, ठीक है। सो इवें तुसीं याद रख सकते हो। ओके जी, चलो हुण आंदा है क्वाड्रीप्लेजिया। क्वाड्री वर्ड जदों भी आंदा है, दैट मीन्स फोर। सो फोर दा मतलब की होया, दोवें बावां, दोवें लत्तां, दोवें पैरालाइज्ड ने, ठीक है। सो हुण पढ़ो क्वेश्चन, उन्होंने क्या है, बोथ लिम्स। लिम्स यूजली असी वर्ड यूज करते हाँ लत्तां दे लई, ठीक है, लत्तां दे लई ज़्यादा लिम्स वर्ड यूज होंदा है। ऑल्दो आ कन्फ्यूजिंग हो गया थोड़ा, ठीक है, पर लत्तां लई ही असी यूजली करते हाँ। वैसे लिम्स हत्थां नूं भी बावां नूं भी कहने आ। सो तुसी लिम्स वल हले कन्फ्यूज नहीं होना लिम्स वर्ड तो। उन्होंने मैंशन नहीं किया कि दोवें बावां या दोवें लत्तां, बट उन्होंने मैंशन की किया है वर्ड बोथ। बोथ मीनस पेयर आ, है ना। सो जदों भी वर्ड बोथ, पेयर, टू लेग्स या कहणगे टू हैंड्स, है ना, टू आर्म्स होंगे, जदों भी वर्ड पेयरिंग च आएगा इट इज पैराप्लेजिया, ठीक है। ओके, हुण नेक्स्ट क्वेश्चन देखते हैं। For every 1 degree Fahrenheit rise in temperature, the pulse rate increases by। सो आ तुहानू याद रखना है, मैं बड़ा वधिया एक निमोनिक तुहानू इहदे लई दसदी हाँ। यस, फीवर comes, लिख लो निमोनिक, fever comes with 5 fever comes with 5 extra beats, okay, with 5 extra beats। सो आ लाइन याद कर लोगे तो डेफिनेटली तुहानू पता लग जाएगा कि साडा आंसर ऑप्शन सी करेक्ट है, राइट। सो हर एक डिग्री लई, जे 1 डिग्री फैरनहाइट, ओके, वी आर टॉकिंग अबाउट फैरनहाइट इंक्रीज हुंदा है, ते पल्स रेट कितना इंक्रीज हुंदा है, 5 बीट्स पर मिनट, ठीक है। सो आ तुसीं याद रखना है। चलो नेक्स्ट क्वेश्चन देखते हैं। अनप्लेजेंट, ठीक है, अनप्लेजेंट मीन्स इट इज नॉट कंफर्टेबल, ठीक है। अनप्लेजेंट अवेयरनेस ऑफ वंस ओन हार्ट बीट। नॉर्मली सानू अपनी हार्ट बीट नहीं सुनती है, राइट, बट जे तुहानू लग रहा है धड़कन बहुत तेज चल रही है ना, भज रहा है तुहाडा हार्ट, ते ओ की कहलांदा है, राइट। सो इट इज नथिंग बट पैल्पिटेशंस। डिस्निया हुंदा है साह लैन च दिक्कत,
ਬ੍ਰੈਡੀਕਾਰਡੀਆ ਹੁੰਦਾ ਧੜਕਣ ਘੱਟ ਹੋ ਗਈ ਹੈ, ਟੈਕੀਕਾਰਡੀਆ ਹੁੰਦਾ ਧੜਕਣ ਵੱਧ ਗਈ ਹੈ ਲੇਕਿਨ ਤੁਹਾਨੂੰ ਸੁਣ ਨਹੀਂ ਰਹੀ ਤੇ ਤੁਹਾਨੂੰ ਅਨਕੰਫਰਟੇਬਲ ਨਹੀਂ ਫੀਲ ਹੋ ਰਿਹਾ। ਹੋ ਸਕਦਾ ਹੈ ਕਿਸੇ ਨੂੰ ਘਬਰਾਹਟ ਫੀਲ ਹੋ ਰਹੀ ਹੋ, ਕਿਸੇ ਨੂੰ ਲੱਗ ਰਿਹਾ ਸਾਹ ਰੁਕ ਰਿਹਾ ਹੈ ਨਾ। ਸੋ ਜੇ ਧੜਕਣ ਸੁਣਦੇ ਸੁਣਦੇ ਤੁਹਾਨੂੰ ਅਨਕੰਫਰਟੇਬਲ ਅਨਪਲੇਜ਼ੈਂਟ ਚੀਜ਼ ਫੀਲ ਹੋ ਰਹੀ ਹੈ, ਇਟ ਇਜ਼ ਪੈਲਪੀਟੇਸ਼ਨ। ਐਂਡ ਤੁਸੀਂ ਕਿਵੇਂ ਲਰਨ ਕਰ ਸਕਦੇ ਹੋ? ਫੀਲ ਪੈਲ, ਪੈਲ ਅਸੀਂ ਯੂਜਲੀ ਫਰੈਂਡਸ ਨੂੰ ਕਹਿੰਦੇ ਹਾਂ, ਠੀਕ ਹੈ। ਫੀਲ ਪੈਲ of your heart, ठीक है। पैल मीन्स फ्रेंड, सो फ्रेंड ਤੁਹਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਨੇ। ਫੀਲ ਕਰੋ ਆਪਣੇ ਫਰੈਂਡ ਦੀ ਫੀਲਿੰਗ ਤੇ ਪੈਲ ਨਾਲ ਯਾਦ ਰੱਖੋ ਪੈਲਪੀਟੇਸ਼ਨ ਵੀ ਹਾਰਟ ਨਾਲ ਹੀ ਜੁੜੀਆਂ ਹੋਈਆਂ ਨੇ। ਤੇਜ਼ ਧੜਕਣ ਨੂੰ ਅਸੀਂ ਪੈਲਪੀਟੇਸ਼ਨ ਕਹਿੰਦੇ ਹਾਂ, ਰਾਈਟ। Okay, then comes our next question, which is the average weight of human placenta। human placenta ਦਾ term ਅਸੀਂ ਕਹਿੰਦੇ ਆ 37 weeks ਤੇ usually, ठीक है। usually ਅਸੀਂ consider ਕਰਦੇ ਹਾਂ 37 weeks, ਕਈ books 'ਚ 40 weeks। overall gestational period is 40 weeks, but term ਅਸੀਂ for baby we call it as term baby ਜੇ 37 weeks ਹੈ। ਸੋ ਤੁਸੀਂ ਆਈਡਲੀ ਇੱਕ ਅੰਦਾਜ਼ਾ ਲਗਾ ਕੇ ਚਲੋ 37 to 40 ਵੀਕਸ ਤੱਕ ਪਲੇਸੈਂਟਾ ਦਾ ਕਿੰਨਾ weight ਹੋਏਗਾ। ਸੋ ਇੱਕ ਸੌਖਾ ਜਿਹਾ ਤਰੀਕਾ ਹੈ, ਯੂਜਲੀ ਪਲੇਸੈਂਟਾ ਦਾ ਸਭ ਕੁਝ ਨਾ 500 ਨਾਲ ਹੀ ਰਿਲੇਟਡ ਹੁੰਦਾ ਹੈ, ਠੀਕ ਹੈ। ਸੋ ਯੈਸ, weight of the placenta is also 500 gram। ਬਲੀਡਿੰਗ ਲੋਸ ਦੀ ਗੱਲ ਕਰੀਏ ਡਿਊਰਿੰਗ ਡਿਲੀਵਰੀ, ਉਹ ਵੀ 500 ਹੁੰਦਾ ਇਨ ਕੇਸ ਆਫ ਨੋਰਮਲ ਡਿਲੀਵਰੀ। ਐਂਡ ਯੈਸ ਆ ਕੁਐਸਚਨ ਆ ਚੁੱਕਿਆ ਹੈ, 500 ਬਹੁਤ ਕਾਮਨ ਹੈ, 500 ml ਹੁੰਦਾ ਹੈ, ਠੀਕ ਹੈ। ਐਂਡ 1000 ml in LSCS, ਠੀਕ ਹੈ। ਸੋ ਆ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਹੈ ਕਿ ਬਲੱਡ ਲੋਸ ਕਿੰਨਾ ਹੁੰਦਾ ਹੈ, ਰਾਈਟ। ਓਕੇ, ਯੈਸ। ਇਸ ਤੋਂ ਬਾਅਦ ਅਸੀਂ ਵੇਖਦੇ ਹਾਂ ਇਹਦੇ ਨਾਲ ਹੋਰ ਕੀ ਕੁਐਸਚਨ ਆ ਸਕਦੇ ਨੇ। ਇੱਕ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਮੈਂ ਇੱਥੇ ਲਿਖਦੀ ਹਾਂ ਆਈ ਐਮ ਟਾਕਿੰਗ ਅਬਾਊਟ ਬਲੱਡ ਲੋਸ, ਠੀਕ ਹੈ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਭ ਤੋਂ ਫਰਸਟ ਪ੍ਰਾਇੋਰਿਟੀ ਤੇ ਤੁਸੀਂ ਕੀ ਕਰੋਗੇ ਜੇ ਪਲੇਸੈਂਟਾ ਆਊਟ ਨਹੀਂ ਆਇਆ ਹੈ ਤੇ 10 to 15 ਮਿੰਟਸ ਹੋ ਚੁੱਕੇ ਨੇ ਬੇਬੀ ਨੂੰ ਬਾਹਰ ਆਏ, ਤੇ ਤੁਸੀਂ ਕੀ ਕਰਨਾ ਹੈ? ਪ੍ਰਾਇੋਰਿਟੀ ਇੰਟਰਵੈਂਸ਼ਨ ਕਿਹੜੀ ਹੈ, ਠੀਕ ਹੈ ਜੀ। ਚਲੋ ਮੈਂ ਤੁਹਾਨੂੰ ਦੱਸ ਦੇਣੀ ਆ ਪ੍ਰਾਇੋਰਿਟੀ ਇੰਟਰਵੈਂਸ਼ਨ ਕੀ ਹੋਏਗੀ। ਪ੍ਰਾਇੋਰਿਟੀ ਇੰਟਰਵੈਂਸ਼ਨ ਹੋਏਗੀ ਕਿ ਤੁਸੀਂ ਮਸਾਜ ਕਰਨਾ ਹੈ। ਕਿਹਨੂੰ? ਮਸਾਜ ਆਫ ਯੂਟਰਸ, ਠੀਕ ਹੈ। ਜਿਹੜਾ ਫੰਡਸ ਪਾਰਟ ਹੁੰਦਾ ਯੂਟਰਸ ਦਾ, ਆ ਯੂਟਰਸ ਆ, ਠੀਕ ਹੈ। ਜਿਹੜਾ ਫੰਡਲ ਪਾਰਟ ਹੈ ਯੂਟਰਸ ਦਾ, ਇੱਥੇ ਮਸਾਜ ਕਰਨੀ ਹੈ। ਮਸਾਜ ਨਾਲ ਕੀ ਹੋਏਗਾ? ਮਸਾਜ ਨਾਲ ਕੰਟਰੈਕਸ਼ਨ ਸ਼ੁਰੂ ਹੋਏਗੀ। ਜਦੋਂ ਕੰਟਰੈਕਸ਼ਨ ਸ਼ੁਰੂ ਹੋਏਗੀ, ਪਲੇਸੈਂਟਾ ਜਿਹੜਾ ਯੂਟਰਸ ਨਾਲ ਅਟੈਚਡ ਹੈ, ਯੂਟਰਸ ਕੰਟਰੈਕਟ ਹੋਏਗਾ, ਮਸਲ ਖਿੱਚਣਗੀਆਂ ਤੇ ਪਲੇਸੈਂਟਾ ਦੇ ਚਾਂਸਸ ਨੇ ਕਿ ਉਹ ਈਜ਼ੀਲੀ ਰਿਮੂਵ ਹੋ ਜਾਏ, ਠੀਕ ਹੈ। ਆ ਹੋਣਾ ਇੱਕ ਪਤਾ ਹੋਣਾ ਚਾਹੀਦਾ ਤੁਹਾਨੂੰ ਕੁਐਸਚਨ। ਇੱਕ ਕੁਐਸਚਨ ਆਇਆ ਸੀ ਕਿ ਕਿਵੇਂ ਪਤਾ ਲੱਗੇਗਾ which is the sign of placental separation, ਠੀਕ ਹੈ। ਇੱਕ ਤਾਂ ਸਾਈਨ ਹੁੰਦਾ ਹੈ ਗਸ਼ ਆਫ ਬਲੱਡ, ਇੱਕਦਮ ਬਲੱਡ ਆਏਗਾ, ਠੀਕ ਹੈ। ਦੂਜਾ ਹੈ ਲੈਂਥਨਿੰਗ ਆਫ ਕੌਰਡ, ਜਿਹੜੀ ਕੌਰਡ ਹੈ ਉਹ ਤੁਹਾਨੂੰ ਲੱਗੇਗੀ ਕਿ ਥੋੜੀ ਲੰਮੀ ਹੋ ਗਈ ਹੈ, ਕਿਉਂਕਿ ਕੌਰਡ ਵੀ ਆਪਣੇ ਆਪ ਥੋੜੀ ਥੱਲੇ ਨੂੰ ਆ ਜਾਏਗੀ, ਤੁਹਾਡੇ ਵੱਲ ਆ ਜਾਏਗੀ ਤੇ ਤੁਹਾਨੂੰ ਲੱਗੇਗਾ ਕਿ ਲੰਮੀ ਹੋ ਗਈ ਹੈ, ਠੀਕ ਹੈ। ਓਕੇ, ਸੋ ਆ ਚੀਜ਼ਾਂ ਤੁਸੀਂ ਧਿਆਨ 'ਚ ਲੈ ਕੇ ਆਉਣੀ ਹੈ। ਇੱਕ ਹੋਰ ਗੱਲ, ਅਸੀਂ ਕਦੋਂ ਕਵਾਂਗੇ ਕਿ PPH ਹੈ, ਕਦੋਂ ਕਵਾਂਗੇ ਕਿ PPH ਹੋ ਗਿਆ ਹੈ? PPH is postpartum hemorrhage, ਠੀਕ ਹੈ। ਸੋ postpartum hemorrhage ਅਸੀਂ ਕਵਾਂਗੇ ਇਹਨਾਂ ਦੇ ਬੇਸਿਸ ਤੇ, ਕਿੰਨਾ ਦੇ ਬੇਸਿਸ ਤੇ?
ਇਹਨਾਂ ਦੇ ਬੇਸਿਸ ਤੇ। ਜੇ ਨॉर्मल डिलीवरी च 500 ml तो ज़्यादा खून बह गया है PPH, जे सिजेरियन च 1000 ml तो ज़्यादा लॉस हो गया है then also PPH। ठीक है, so PPH is a life threatening condition, immediately action लेना बहुत बहुत ज़रूरी होता है। so average human placenta term ते कितना weight होता है 500। then capnography is measurement of, सो कैपनो वर्ड जदों भी आंदा है याद रखो, कैपनो सी तो कैपनो, सी तो कार्बन डाइऑक्साइड। सो दोवें सी ने। कैपनोग्राफी की करता है, ऐ सानू दसदा है कार्बन डाइऑक्साइड की कंसनट्रेशन। क्यों जरूरी है कार्बन डाइऑक्साइड की कंसनट्रेशन, कौन दसेगा? क्यों कार्बन डाइऑक्साइड कितना आ रहा है कितना जा रहा है, आ पता करना क्यों जरूरी है? यस दसो, वेरी गुड। आ तां जरूरी है ताकि सानू पता लग जाए कि रेस्पिरेटरी स्टेटस की है। कहन दो जे के रेस्पिरेशन जे ज़्यादा कार्बन डाइऑक्साइड अंदर चल गई है वो खतरनाक है, जे बाहर चंगी तरह नहीं आ रही वो भी खतरनाक है ना। सो सानू पता होना चाहिए है कि इस असी कैपनोग्राफी के दे थ्रू पता कर सकते हैं कि कितनी कार्बन डाइऑक्साइड की मात्रा लंग्स विच या शरीर विच प्रेजेंट है। राइट, ओके। सो कैपनोग्राफी यूजली असी कदों करते हैं, जदों असी पता करना है रेस्पिरेटरी स्टेटस कादा, ऑक्सीजन ते कार्बन डाइऑक्साइड दी रेशियोज दा। राइट, ओके, यस। नाउ नेक्स्ट क्वेश्चन वाल जाने हैं। नेक्स्ट क्वेश्चन सेज द मोस्ट वाइडली यूज टेस्ट फॉर पैनक्रियाटिक डैमेज। हुण तुहाडे कोल पेशेंट आया, ओहदे पैनक्रियाज डैमेज ने, है ना, तुहानू सिम्पटम्स दिख रहे हैं कि पैनक्रियाज डैमेज ने, ग्लूकोज लैवल मेनटेन नहीं है, व्हाटएवर सिम्पटम्स आर देयर, राइट। सो तुसी सब तो वधिया टेस्ट किनू मानते हो ते सब तो ज़्यादा टेस्ट किहड़ा यूज हुंदा है? राइट, सो एक निमोनिक इत्थे तुसी लिख लो एमी। ठीक है, मैं दसांगी किनू कह रहे हैं। एमी लव्स दी पैनक्रियाज, एमी लव्स दी पैनक्रियाज। सो एमी जिहड़े ने एमी विर्क नहीं है, एमी की है, ए साडा अमाइलेज है, सीरम अमाइलेज। सो सीरम अमाइलेज लव्स पैनक्रियाज दा मतलब है कि सब तो किसी नू यू हैव अटैचमेंट फॉर समवन, किसी नाल यू आर इन लव, और अपने पेरेंट्स नाल तुसी प्यार करते हो, अपने भैन भरावां नाल प्यार करते हो, ਜਿਹੜੇ ਬੰਦੇ ਨਾਲ ਪਿਆਰ ਕਰਦੇ ਹੋ ਜੇ ਉਹ ਤੁਹਾਨੂੰ ਦੁੱਖ ਪਹੁੰਚਾਏ, ਹੈ ਨਾ, ਤੇ ਤੁਸੀਂ ਬੜੀ ਜਲਦੀ ਇਫੈਕਟਡ ਹੋਗੇ। ਕੋਈ ਹੋਰ ਪਹੁੰਚਾਏ ਤਾਂ ਸ਼ਾਇਦ ਇੰਨਾ ਤੁਹਾਡੇ ਤੇ ਅਸਰ ਨਾ ਹੋ। ਸੋ ਬਿਕੋਜ਼ ਐਮੀ ਲਵਸ ਪੈਨਕ੍ਰੀਆਸ 'ਚ ਥੋੜੀ ਵੀ ਪ੍ਰੋਬਲਮ ਹੁੰਦੀ ਹੈ ਤੇ ਐਮੀ ਜਿਹੜਾ ਹੈ ਡਿਸਬੈਲੈਂਸਡ ਹੋ ਜਾਂਦਾ ਹੈ। ਐਂਡ ਸਭ ਤੋਂ ਪਹਿਲਾਂ ਹੁੰਦਾ ਹੈ, ਬਾਕੀ ਜਿਹੜੇ ਐਂਜ਼ਾਈਮਸ ਨੇ ਉਹਨਾਂ ਨੂੰ ਟਾਈਮ ਲੱਗਦਾ ਬਿਕੋਜ਼ ਦੇ ਡੋਂਟ ਲਵ ਪੈਨਕ੍ਰੀਆਸ। ਠੀਕ ਹੈ, ਇਵੇਂ ਯਾਦ ਕਰ ਲਓ। सो एमी लव्स पैनक्रियाज। एमी क्यों मोस्ट वाइडली यूज होंदा है? क्योंकि आ सानू एक्यूट कंडीशन दा भी दस दिंदा है। राइट, सो तुहानू पता होना चाहिए है जिहड़ा अमाइलेज है, एमी भी कह सकते हो, 2 to 12 आवर्स विच ही इंक्रीज हो जाता है जो पैनक्रियाज में कोई प्रॉब्लम आ रही है। 3 to 5 डेज तक नॉर्मल खून लगता है। सो जे असी एक्यूट कंडीशन पता करनी है, द बेस्ट एंजाइम इज सीरम अमाइलेज। राइट, चलो जी नेक्स्ट वेखदे हां की है। ऑल ऑफ द फॉलोइंग आर डिसऑर्डर्स ऑफ chronic obstructive pulmonary disease except, सो COPD दी गल हो रही है। प्लीज़ याद रखियो जदों भी असी COPD की गल करते हाँ, सानू की याद रखना है? सानू याद रखना है फर्स्ट ऑफ ऑल इट इज़ COPD च ना एक निमोनिक ही मैं तुहानू दस देनी है, इट इज़ CED
A. Mnemonic is CEA. C stands for chronic bronchitis. ठीक है जी. C stands for chronic bronchitis. COPD एक सिंड्रोम है, मीन्स बहुत सारे सिम्टम्स इंक्लूड ने, बहुत सारी कंडीशंस तो बनता है COPD. ठीक है, एक डिसऑर्डर है, डिजीज नहीं है, डिसऑर्डर है. डिसऑर्डर बहुत सारे डिजीजेस तो बनता है. ਹੁਣ COPD ਦੇ ਅੰਦਰ ਕੀ ਡਿਜ਼ੀਜ਼ਸ ਆਉਂਦੇ ਨੇ CEA. C is chronic bronchitis. Then we have emphysema. ठीक है जी, emphysema हो जाता है. प्लस कई बुक्स 'ਚ लिखिया होया है asthma also. सो फिर भी तुसी याद कर लो asthma. ठीक है जी. सो आ तीन चीज़ां तुहानू पता होनी चाहिए है कि आ इंक्लूडिड होंदियां ने किहदे 'ਚ. यस, COPD 'ਚ. सो हुण केड़ा ऑप्शन बचिया? वी आर लैफ्ट विद प्लूरल एफ्यूजन. प्लूरल एफ्यूजन COPD दा पार्ट नहीं हुंदा है. प्लूरल एफ्यूजन की हुंदा है? इट इज कलैक्शन ऑफ फ्लूइड. फ्लूइड इकट्ठा हो जाता है किथे? प्लूरल स्पेस च. प्लूरल स्पेस च. ठीक है, ज़्यादा फ्लूइड इकट्ठा हो जाए तो इट इज़ नोन एज प्लूरल एफ्यूजन. एक होर गल मैं इत्थे डिस्कस करना चाहांगी. लेट मी डिस्कस ऑन अ प्लेन पेज. एक होंदी है रिस्ट्रिक्टिव एयर डिजीजेस. ओके, लंग डिजीजेस. रिस्ट्रिक्टिव. ठीक है, रिस्ट्रिक्टिव लंग डिजीजेस. ते एक होंदी है ऑब्स्ट्रक्टिव. ऑब्स्ट्रक्टिव लंग डिजीजेस. राइट. हुण जिहड़ा असीं पढ़िया ना COPD, प्लूरल एफ्यूजन. सो इन्हां बारे मैं थोड़ा जिहा तुहानूं दस देनी आ. ਜਦੋਂ ਅਸੀਂ ਗੱਲ ਕਰਦੇ ਹਾਂ ऑब्स्ट्रक्टिव, नाम तो ही पता लग रहा है कुछ रुकावट है. राइट. सो देयर इज नैरो और ब्लॉक्ड. ठीक है, रास्ता नैरो छोटा हो जाता है या ब्लॉक्ड हो जाता है किहदा? एयरवेज दा. तां असीं कवांगे ऑब्स्ट्रक्टिव डिजीज है, क्योंकि ऑब्स्ट्रक्शन आ गई है, एयर नूं जगह नहीं मिल रही जान दी. ठीक है, हुण की होएगा? इहदे नाल की होएगा? डिक्रीज्ड एयर फ्लो होएगा कि नहीं होएगा? डिक्रीज्ड एयर फ्लो का मतलब हो गया कि जिहड़ा अंदरों है, डिफिकल्टी गेटिंग आउट. एयर आउट नहीं जा पा रही है, एयर दे आउट विच प्रॉब्लम आ गई है. राइट. ਇਹਦਾ ਕੀ, ਇਹਦੇ ਕੀ एग्जाम्पल्स हो सकते ने? ਉਹੀ ਜਿਹੜੇ मैं ਤੁਹਾਨੂੰ दस्से ने. ਕਿਹੜੇ दस्से ने? कौन दसेगा कि मैं हुणे हुणे ਕਿਹੜੇ एग्जाम्पल ਤੁਹਾਡੇ ਨਾਲ शेयर ਕੀਤੇ ने? ਅਸੀਂ COPD पढ़िया सी ते किस तरह की डिजीज च आएगा COPD? ऑब्स्ट्रक्टिव आएगा कि रिस्ट्रिक्टिव आएगा? वेरी गुड, ऑब्स्ट्रक्टिव. ठीक है, CE ते A. क्रॉनिक ब्रोंकाइटिस. ब्रोंकाइटिस की करता है? इन्फ्लेमेशन हो गई ब्रोंक्यूल्स की. तो जो इन्फ्लेमेशन होएगी, लेट्स सपोज दीज आर नॉर्मल ब्रोंक्यूल्स. ठीक है, हुण इन्फ्लेमेशन हो गई है. इन्फ्लेमेशन मीन सोज आ गई है. तो जो सोज आ जाएगी तो अंदर द पैसेज छोटा हो जाएगा. होएगा कि नहीं? बिल्कुल होएगा. सो that causes what it causes? It causes obstruction, obstructive disease. EC emphysema ਉਹਦੇ 'ਚ ਵੀ ਉਹੀ ਹੋਏਗਾ, ਜਿਹੜੇ एयर सैक्स ने छोटे हो जाएंगे, नैरो हो जाएंगे या ब्लॉक्ड हो जाएंगे. तो एस्थमा 'ਚ भी इन्फ्लेमेशन ਦਾ करके नैरो हो जाते हैं. ठीक है जी. हुण आ मोटी मोटी गल मैं तुहानूं दस रही, मैं ज़्यादा डिटेल नहीं इहदी दस रही, बट इन्ना तुहानूं पता होना चाहिए है. हुण इहदे 'ਚ की है कि जिहड़े लंग्स ने रिस्ट्रिक्टिव आ, लंग्स फुली एक्सपैंड नहीं कर पा रहे, कांट एक्सपैंड फुली.
ਜਿੰਨਾ ਲੰਗਸ ਨੂੰ ਐਕਸਪੈਂਡ ਹੋਣਾ ਚਾਹੀਦਾ ਸੀ ਉਹਨਾਂ ਨਹੀਂ ਕਰ ਪਾ ਰਹੇ। that means there is going to be decrease in there will be decreased lung volume there will be decreased lung volume। ਹੁਣ ਕਿਉਂ ਨਹੀਂ ਐਕਸਪੈਂਡ ਕਰ ਪਾ ਰਹੇ ਆ? ਕੀ ਰੀਜ਼ਨ ਹੈ? there is difficulty in entry of the air, right? In entry of the air in lungs, enter नहीं कर पा रहे, right? So ਜਿਹੜਾ ਅਸੀਂ ਹੁਣੇ ਪੜਿਆ ਹੈ yes pleural effusion okay ਦਾ example ਹੈ, ਉਹ restrictive disease ਦਾ example ਹੈ। ਕਿਉਂਕਿ ਕੀ ਹੋਇਆ ਹੈ ਕਿ ਪਾਣੀ ਭਰ ਗਿਆ ਹੈ, ਬਾਹਰੋਂ 에ਅਰ ਅੰਦਰ ਆ ਹੀ ਨਹੀਂ ਪਾ ਰਹੀ ਹੈ, ਲੰਗਸ ਨੂੰ ਜਗ੍ਹਾ ਹੀ ਨਹੀਂ ਮਿਲ ਰਹੀ ਐਕਸਪੈਂਡ ਕਰਨ ਦੀ। ਠੀਕ ਹੈ ਓਕੇ ਦੈਨ ਇਹਦਾ ਵੀ ਇੱਕ ਨਮੋਨਿਕ ਤੁਸੀਂ ਯਾਦ ਕਰ ਸਕਦੇ ਹੋ ਰਿਸਟ੍ਰਿਕਟਿਵ ਡਿਜ਼ੀਜ਼ ਦਾ, ਦਿਸ ਇਜ਼ ਪਿੰਟ। ਠੀਕ ਹੈ ਪਲਮਨਰੀ ਫਾਈਬਰੋਸਿਸ ਹੋ ਜਾਏ ਜੇ, ਪਲਮਨਰੀ ਫਾਈਬਰੋਸਿਸ ਜੇ ਪਲਮਨਰੀ ਫਾਈਬਰਸ टिश्यू ਜਿਹੜਾ ਡਿਵੈਲਪ ਹੋ ਗਿਆ, ਜਾਂ इंटेस्टाइनल लंग डिजीज हो जाए, इंटेस्टाइनल लंग डिजीज हो जाए। ठीक है जी, या न्यूरोमस्कुलर और वी कैन से कि नर्व्स या मसल च प्रॉब्लम आ जाए क्योंकि उन्हें ही कंट्रैक्ट रिलैक्स कराना है। न्यूरो मस्कुलर डिसऑर्डर हो जाए। ठीक है जी, या फिर कोई थोरैसिक केज की प्रॉब्लम आ जाए, थोरैसिक केज जिमें कि कोई फ्रैक्चर हो गया, कुछ हो गया, पसलियां अंदर ਨੂੰ ਚੱਲ ਗਈਆਂ ਨੇ ਤੇ ਲੰਗਸ ਨੂੰ ਐਕਸਪੈਂਡ ਕਰਨ ਦੀ ਜਗ੍ਹਾ ਨਹੀਂ ਮਿਲਣਗੀਆਂ। ਠੀਕ ਹੈ ਜੀ, ਈਵਨ ਇਨ ਸਕੋਲੀਓਸਿਸ ਪੜ੍ਹਿਆ ਹੋਏਗਾ, ਐਸ ਸ਼ੇਪ ਹੋ ਜਾਂਦੀ ਹੈ ਸਪਾਈਨ, ਸਕੋਲੀਓਸਿਸ ਉਹਦੇ 'ਚ ਵੀ ਲੰਗਸ ਨੂੰ ਐਕਸਪੈਂਡ ਕਰਨ ਦੀ ਥਾਂ ਨਹੀਂ ਮਿਲਦੀ ਹੈ, ਵੋਲਿਊਮ ਇਨਕਰੀਜ਼ ਨਹੀਂ ਹੁੰਦਾ ਹੈ। क्लियर है जी, so restrictive and obstructive। Now moving on to our next one, the cyanotic congenital heart disease। दो तरह ਦੀ diseases ਹੁੰਦੀਆਂ ਨੇ, ਮੈਂ ਜਲਦੀ ਨਾਲ ਦੱਸ ਦੇਣੀ ਆ। ਇੱਕ ਹੁੰਦੀ ਹੈ cyanotic, ਇੱਕ ਹੁੰਦੀ ਹੈ cyanotic। cyanotic ਦਾ मतलब है ਬੱਚਾ ਨੀਲਾ ਪੈ ਗਿਆ, नीला पै गया। ठीक है, एसाइनोटिक का मतलब है बच्चा पिंक ही है, बच्चा गुलाबी ही है, बच्चे का नॉर्मल कलर ही है। एसाइनोटिक च साइनोसिस नहीं होता, ए मीन्स एब्सेंस ऑफ साइनोसिस। ठीक है जी, साइनोसिस नाम ही है साइनोटिक, तो साइनोसिस तो होएगा ही। तो लर्न की करना है, तो याद की रखना है, उन्होंने क्या है कि इन्हां विचों दसो किहड़ी जिहड़ी है साइनोटिक डिजीज़ है। दैन प्लीज़ रिमेंबर टेट्रोलॉजी ऑफ फैलो आ एक साइकोटिक डिजीज़ है, इहदे विच जिहड़े ने बच्चा नीला पड़ जाता है, ब्लू। क्यों? क्योंकि ऑक्सीजन नहीं पहुंच रही है बच्चे में। ठीक है, सो TOF। हुण टेट्रोलॉजी ऑफ फैलो दे विच ही ਸਾਡੇ ਕੋਲ 4 ਤਰ੍ਹਾਂ ਦੀਆਂ ਕੰਡੀਸ਼ਨਸ ਆਉਂਦੀਆਂ ਨੇ, ਮੈਂ ਇੱਥੇ ਹੀ ਲਿਖ ਦੇਣੀ ਆ। ਉਹਨੂੰ ਯਾਦ ਕਰਨ ਦਾ ਬੜਾ ਹੀ ਸੌਖਾ ਤਰੀਕਾ ਹੈ, ਵਿਚ ਇਜ਼ ਪ੍ਰੂਫ। ਈ ਮੈਂ ਛੋਟਾ ਲਿਖਿਆ ਹੈ ਕਿਉਂਕਿ ਉਹ ਅਸੀਂ ਕੰਸੀਡਰ ਨਹੀਂ ਕਰਨਾ ਹੈ, P R O ਤੇ V। ठीक है जी, P तो आई थिंक विजिबल नहीं होना, ज़्यादा लाइट कलर में ले लिया है। ठीक है, PROV। सो P तो आंदा है पल्मनरी स्टीनोसिस, पल्मनरी स्टीनोसिस। स्टीनोसिस मतलब नैरोइंग हो गई है, छोटा रास्ता हो गया है। ठीक है, सो पल्मनरी स्टीनोसिस दा करके बच्चा ऑक्सीजन नहीं ले पा रहा है। ठीक है जी, देन वी हैव पहला हो गया साडा पल्मनरी स्टीनोसिस, राइट। दूजा है राइट वेंट्रिकुलर, आर तो की है राइट वेंट्रिक्यूलर हाइपरट्रोफी, हाइपरट्रोफी।
ਹਾਈਪਰਟ੍ਰੋਫੀ। ਹੁਣ ਕੀ ਹੋ ਰਿਹਾ ਸੀ, ਪਲਮਨਰੀ ਸਟੈਨੋਸਿਸ ਅੱਗੇ ਜਾ ਨਹੀਂ ਰਿਹਾ ਬਲੱਡ, ਤੇ ਕੀ ਹੋਏਗਾ, ਵੈਂਟਰੀਕਲ ਧੱਕਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਠੀਕ ਹੈ, ਆ ਵੈਂਟਰੀਕਲਸ ਨਾ ਜਿਵੇਂ ਆ ਵਾਲੇ ਜਿਹੜੇ ਰਾਈਟ ਸਾਈਡ ਵਾਲੇ ਵੈਂਟਰੀਕਲਸ ਹੈ ਨਾ, ਉਹ ਜ਼ਿਆਦਾ ਕੰਮ ਕਰਕੇ ਪੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਬਲੱਡ ਚੱਲ ਜਾਏ ਬਾਹਰ, ਹੈ ਨਾ। ਪਲਮਨਰੀ ਜਿਹੜੀ ਹੈ ਪੈਸੇਜ ਹੈ, ਪਲਮਨਰੀ ਪੈਸੇਜ ਲੰਗਸ ਤੱਕ ਪਹੁੰਚ ਜਾਏ ਬਲੱਡ, ਤੇ ਉਹ ਇੰਨਾ ਕੰਮ ਕਰ ਲੈਂਦੇ ਨੇ ਕਿ ਉਹਨਾਂ ਦੀ ਹਾਈਪਰਟ੍ਰੋਫੀ ਹੋ ਜਾਂਦੀ ਹੈ। ਹਾਈਪਰਟ੍ਰੋਫੀ ਮਤਲਬ ਆ ਵਾਲੀ ਵਾਲ ਮੋਟੀ ਹੋ ਜਾਂਦੀ ਹੈ। ਠੀਕ ਹੈ ਜੀ, ਸੋ ਇੱਕ ਆ ਕੰਡੀਸ਼ਨ ਹੋ ਜਾਂਦੀ ਹੈ, ਸਟੀਨੋਸਿਸ ਦਾ ਹੀ ਕਰਕੇ ਸਾਰੇ ਅੱਗੇ ਅੱਗੇ ਕੌਨਸੀਕੁਐਂਸਿਸ ਆ ਰਹੇ ਨੇ। ਯੈਸ, ਦੈਨ ਕਮਸ O ਦਾ ਮਤਲਬ ਹੁੰਦਾ ਹੈ ਓਵਰ ਰਾਈਡਿੰਗ ਆਫ ਅਯੋਟਾ। ਅਯੋਟਾ ਆਪਣੀ ਨਾਰਮਲ ਪੋਜੀਸ਼ਨ ਤੋਂ ਸੈੱਟ ਨਹੀਂ ਹੈ, ਅਯੋਟਾ ਮੂਵ ਕੀਤਾ ਹੋਇਆ ਆਪਣੀ ਨਾਰਮਲ ਪੋਜੀਸ਼ਨ ਤੋਂ, ਸੋ ਓਵਰ ਰਾਈਡਿੰਗ ਆਫ ਅਯੋਟਾ। ਠੀਕ ਹੈ ਜੀ, ਨੈਕਸਟ ਅਸੀਂ ਦੇਖਦੇ ਹਾਂ V, which is ਇਹਨੂੰ ਅਸੀਂ VSD ਵੀ ਕਹਿੰਦੇ ਆ, which is ventricular septal excuse me defect। ਸੋ ventricle ਦਾ ਜਿਹੜਾ septum ਆ, ਇਹਦੇ 'ਚ ਪ੍ਰੋਬਲਮ ਹੈ। ਠੀਕ ਹੈ, ਉਹਦਾ ਕਰਕੇ ਪ੍ਰੈਸ਼ਰ ਬਿਲਟ ਨਹੀਂ ਹੋ ਰਿਹਾ ਹੈ, ਤੇ ਲੰਗਸ ਵੱਲ ਖੂਨ ਨਹੀਂ ਜਾ ਰਿਹਾ ਹੈ। ਲੰਗਸ ਵੱਲ ਨਹੀਂ ਜਾਏਗਾ ਤੇ ਪਿਊਰੀਫਾਈ ਕਿਵੇਂ ਹੋਏਗਾ, ਪਿਊਰੀਫਾਈ ਨਹੀਂ ਹੋਏਗਾ ਤੇ ਆਕਸੀਜਨ ਘੱਟ ਤੇ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਏਗੀ ਲੰਗਸ 'ਚ, ਬੱਚਾ ਨੀਲਾ ਪੈ ਜਾਏਗਾ। ਸਿੰਪਲ, ਰਾਈਟ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਆਈ ਥਿੰਕ ਆ ਹੁਣ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਆ ਕੀ ਹੈ। ਠੀਕ ਹੈ, ਓਕੇ, ਯੈਸ, ਵੀ ਆਰ ਡਨ ਵਿਦ ਇਟ। ਇੱਕ ਮੈਂ ਇੱਥੇ ਦੱਸਣਾ ਚਾਹਾਂਗੀ, ਜਿਹੜਾ PDA ਹੈ, ਏਟਰੀਅਲ ਸੈਪਟਲ ਹੈ ਨਾ, ਵੈਂਟਰੀਕਲ ਤਾਂ ਅਸੀਂ ਇਹਦੇ 'ਚ ਹੀ ਕੰਸੀਡਰ ਕਰ ਲਿਆ ਹੈ। PDA ਏਟਰੀਅਲ ਸੈਪਟਲ 'ਚ ਉਨਾ ਬੱਚਾ ਨੀਲਾ ਨਹੀਂ ਪੈਂਦਾ ਹੈ ਨਾ, ਕਈ ਵਾਰੀ ਨਹੀਂ ਵੀ ਪੈਂਦਾ ਹੈ, ਨੋਰਮਲ ਪਿੰਕ ਕਲਰ ਲੱਗਦਾ ਹੈ, ਬਟ ਡਿਫੈਕਟ ਹੁੰਦਾ ਹੈ। ਏਟਰੀਅਲ ਸੈਪਟਲ ਦਾ ਮਤਲਬ ਹੈ ਕਿ ਦੋਵੇਂ ਏਟਰੀਆਸ ਦੇ ਵਿਚਕਾਰਲਾ ਸੈਪਟਮ, ਆ ਜੇ ਏਟਰੀਆਸ, ਇਹਨਾਂ ਦੇ ਵਿਚਕਾਰਲਾ ਸੈਪਟਮ 'ਚ ਹੋਲ ਹੈ ਜਾਂ ਕੁਛ ਹੈ, ਤਾਂ ਮਿਕਸਿੰਗ ਆਫ ਬਲੱਡ ਹੋ ਰਹੀ ਹੈ, ਬਟ ਇੰਨੀ ਨਹੀਂ ਆ ਕਿ ਬੱਚਾ ਨੀਲਾ ਪੈ ਜਾਏ। ਸਿੰਪਲ, ਠੀਕ ਹੈ, ਸਿੰਪਲ ਲੈਂਗੁਏਜ 'ਚ ਮੈਂ ਤੁਹਾਨੂੰ ਦੱਸ ਰਹੀ ਹਾਂ। ਇਟ ਇਜ਼ ਵੈਰੀ ਟੈਕਨੀਕਲ ਥਿੰਗ, ਹੈ ਨਾ, ਉਹ ਸਮਝਣ 'ਚ ਥੋੜ੍ਹਾ ਟਾਈਮ ਸਾਨੂੰ ਜ਼ਿਆਦਾ ਚਾਹੀਦਾ ਹੈ। ਇੱਥੇ ਬਸ ਮੋਟਾ ਮੋਟਾ ਤੁਸੀਂ ਆਹੀ ਸਮਝ ਲਓ। ਪੇਟੈਂਟ ਡਕਟਸ ਆਰਟਰੀਓਸਿਸ ਕੀ ਹੁੰਦਾ ਹੈ ਕਿ ਜਦੋਂ ਫੀਟਲ ਸਰਕੂਲੇਸ਼ਨ ਹੁੰਦੀ ਹੈ, ਇੱਕ ਸਟਰਕਚਰ ਬਣਦਾ ਹੈ ਪੇਟੈਂਟ ਡਕਟਸ, ਉਹਨੂੰ ਅਸੀਂ ਡਕਟਸ ਆਰਟਰੀਓਸਿਸ ਕਹਿੰਦੇ ਹਾਂ। ਨਾਰਮਲੀ ਜਦੋਂ ਬੱਚਾ ਫਰਸਟ ਕਰਾਏ ਕਰਦਾ ਹੈ, ਪ੍ਰੈਸ਼ਰ ਚੇਂਜਸ ਆਉਂਦੇ ਨੇ ਤੇ ਆ ਪ੍ਰੈਸ਼ਰ ਨਾਲ ਬੰਦ ਹੋ ਜਾਂਦਾ ਹੈ। ਠੀਕ ਹੈ, ਤੁਸੀਂ ਸੁਣਿਆ ਹੋਏਗਾ ਬੱਚੇ ਦੇ ਦਿਲ 'ਚ ਛੇਦ ਹੈ, ਛੇਕ ਹੈ ਜਾਂ ਕੁਛ ਹੈ ਨਾ, ਉਹ ਕੰਡੀਸ਼ਨਸ ਆਹੀ ਨੇ। ਸੋ ਜੇ ਪੇਟੈਂਟ ਦਾ ਮਤਲਬ ਹੈ ਖੁੱਲਾ ਰਹਿ ਗਿਆ, ਪੇਟੈਂਟ ਦਾ ਮਤਲਬ ਹੈ ਕਿ ਬੰਦ ਨਹੀਂ ਹੋਇਆ, ਖੁੱਲਾ ਰਹਿ ਗਿਆ, ਤੇ ਦੈਟ ਇਜ਼ ਵੈਰੀ ਵੈਰੀ ਰਿਸਕੀ ਫॉर द ਬੇਬੀ, ਕਿਉਂਕਿ ਮਿਕਸਿੰਗ ਹੋ ਰਹੀ ਹੈ ਨਾ, ਫਿਰ ਬਲੱਡ ਜਿਹੜਾ ਪਿਓਰ ਬਲੱਡ ਹੈ, ਇੰਪਿਓਰ ਬਲੱਡ ਹੈ, ਉਹ ਮਿਕਸਿੰਗ ਹੋ ਰਹੀ ਹੈ, ਤੇ ਬੱਚੇ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਕਰੇਗਾ, ਰਾਈਟ। ਸੋ ਪੇਟੈਂਟ ਡਕਟਸ ਆਰਟੀਰੀਓਸਿਸ ਵਿੱਚ ਵੀ ਮਿਕਸਿੰਗ ਆਫ ਬਲੱਡ ਹੁੰਦਾ ਹੈ, ਬਟ ਤੁਸੀਂ ਯਾਦ ਰੱਖਣਾ ਹੈ ਸਾਈਨੋਟਿਕ ਨੀਲਾ ਪੈਣਾ ਕਿਹਦੇ 'ਚ, TOF 'ਚ, ਰਾਈਟ, ਆ ਤੁਸੀਂ ਯਾਦ ਰੱਖਣਾ ਹੈ। ਸੋ ਇਹਦੇ ਨਾਲ ਹੀ ਅਸੀਂ ਆ ਗਏ ਹਾਂ ਐਂਡ ਆਫ ਦਿਸ ਲਾਈਵ ਸੈਸ਼ਨ, ਐਂਡ ਇਸ ਸੈਸ਼ਨ ਦੇ ਐਂਡ 'ਚ ਅਸੀਂ ਇੱਕ ਓਵਰਵਿਊ ਲੈ ਲੈਂਦੇ ਹਾਂ, ਸਮਰੀ ਲੈ ਲੈਂਦੇ ਹਾਂ, ਅਸੀਂ ਕੀ ਪੜ੍ਹਿਆ। ਅਸੀਂ ਪੰਜਾਬੀ ਦੇ ਪਾਰਟ A ਵਿੱਚ ਕੁਐਸਚਨ ਕੁਝ ਡਿਸਕਸ ਕੀਤੇ, ਉਸ ਤੋਂ ਬਾਅਦ ਅਸੀਂ ਨਰਸਿੰਗ ਸਬਜੈਕਟ ਦੇ ਇੰਪੋਰਟੈਂਟ ਕੁਐਸਚਨ ਡਿਸਕਸ ਕੀਤੇ, ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਹੈ, ਜੋ ਟੈਸਟ ਕੰਡਕਟ ਕਰਦੇ ਨੇ। ਠੀਕ ਹੈ, ਯੂਜੂਅਲੀ ਬਾਬਾ ਫਰੀਦ ਯੂਨੀਵਰਸਿਟੀ ਡਾਇਰੈਕਟ ਕੁਐਸਚਨ ਪਾਉਂਦਾ ਹੈ, ਬਟ ਇਨ ਕੇਸ ਇਸ ਬਾਰੇ ਉਹਨਾਂ ਦਾ ਮਨ ਕਰ ਗਿਆ ਕਿ ਸਿਨੈਰੀਓ ਬੇਸਡ ਪਾਈਏ, then we are also going to discuss the scenario based question। ਉਸ ਤੋਂ ਇਲਾਵਾ ਅਗਲੇ ਸੈਸ਼ਨ ਸਾਡੇ ਅਟੈਂਡ ਕਰੋ, till 4th October we are going to discuss the current affairs also, ਕਿਸੇ ਨਾ ਕਿਸੇ ਇੱਕ ਸੈਸ਼ਨ 'ਚ ਅਸੀਂ ਡਿਸਕਸ ਕਰਾਂਗੇ, ਰਾਈਟ। ਸੋ ਆਈ ਹੋਪ ਤੁਹਾਨੂੰ ਕੁਝ ਕਨਸੈਪਟ ਕਲੀਅਰ ਹੋਏ ਹੋਣ,
पहली बार च कई बार नहीं समझ आता है, बार बार वीडियो देखो, रिपीट करो ते कोशिश करो ਜਿਹੜੇ टॉपिक्स मैं पढ़ा रही हाँ एटलीस्ट वो ਤੁਹਾਨੂੰ पता होने चाहिए ने, राइट। So thank you so much for watching this video and staying with me till the end, and just believe in yourself, right। ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ, ਉੱਠਣ ਤੋਂ ਪਹਿਲਾਂ ਹੀ ਜਸਟ ਮਨ 'ਚ ਅੱਖਾਂ ਬੰਦ 'ਚ ਹੀ ਕਹੋ I am the best। ਉਸ ਤੋਂ ਬਾਅਦ ਜਦੋਂ ਬ੍ਰਸ਼ ਕਰਨ ਜਾਂਦੇ ਹੋ, ਮਿਰਰ 'ਚ ਵੇਖਦੇ ਹੋ, ਵਾਲ ਵੂਲ ਸੈੱਟ ਕਰਦੇ ਹੋ, ਤਿਆਰ ਹੁੰਦੇ ਹੋ, I am the best, I am the best। ਜਦੋਂ ਮੌਕਾ ਮਿਲੇ ਆਪਣੇ ਨੂੰ ਵੇਖਣ ਲਈ ਸੇ I am the best। and yes, manifestations ਜੇ ਕਰੋਗੇ they really come true। ठीक है, ਆ ਨਹੀਂ ਸੋਚਣਾ ਕਿ ਮੈਂ ਬਾਕੀਆਂ ਤੋਂ ਘੱਟ ਹਾਂ, अपना 100% ਤੁਸੀਂ ਦੇਣਾ ਹੈ, and then you will see how beautifully you are going to grow, right। ਆਹੀ ਸੀ ਅੱਜ ਦਾ ਕੋਟ ਸਾਡਾ। So thank you so much, and I'll see you in the next session of Target BF UHS।